ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਭੂ ਨਾ ਛਾੜੈ ਖੇਤ। ਸਤਿਗੁਰਾਂ ਦੇ ਪਾਵਨ ਬਚਨਾਂ ਦੇ ਪਹਿਰਾ ਦੇਣ ਵਾਲੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, ਤਿਨਾਂ ਦੇ 7ਵੇਂ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਅਕਾਲੀ। ਸਾਧ ਸੰਗਤ ਜੀ, ਇਹ ਜੋ ਪੰਥ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, ਇਹ ਧੰਨ ਧੰਨ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਦੋਂ ਦੱਖਣ ਦੇਸ਼ ਤੋਂ ਨਾਂਦੇੜ ਸ਼ਹਿਰ ਸ੍ਰੀ ਹਜ਼ੂਰ ਸਾਹਿਬ ਤੋਂ ਬਾਬੇ ਬੰਦਾ ਬਹਾਦਰ ਨੂੰ ਭੇਜਿਆ, ਉਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਤਿਗੁਰਾਂ ਨੇ ਕੁਝ ਹਦਾਇਤਾਂ ਕੀਤੀਆਂ ਅਤੇ ਉਹਨਾਂ ਨੂੰ ਕਿਹਾ ਕਿ ਹੇ ਬੰਦਾ ਸਿੰਘ, ਤੂੰ 5 ਸਿੰਘਾਂ ਦੀ ਅਗਵਾਈ ਦੇ ਵਿੱਚ ਰਹਿਣਾ ਅਤੇ 5 ਸਿੰਘਾਂ ਦੇ ਹੁਕਮ ਨੂੰ ਸਦਾ ਮੰਨਣਾ ਹੈ। ਕੋਈ ਵੀ ਜੇ ਤੈਨੂੰ ਜ਼ਰੂਰਤ ਪਈ ਤਾਂ ਇਹਨਾਂ 5 ਸਿੰਘਾਂ ਕੋਲੋਂ ਅਰਦਾਸਾਂ ਕਰਾਈ ਅਤੇ ਮੋਰਚੇ ਫਤਿਹ ਹੋਣਗੇ। ਉਹਨਾਂ 5 ਸਿੰਘਾਂ ਦੇ ਵਿੱਚੋਂ ਜਿਹੜੇ ਮੁਖੀ ਸਨ ਜਥੇਦਾਰ ਬਾਬਾ ਵਿਨੋਦ ਸਿੰਘ ਸਾਹਿਬ ਜੀ, ਜੋ ਇਸ ਬੁੱਢਾ ਦਲ ਪੰਥ ਦੇ ਪਹਿਲੇ ਜਥੇਦਾਰ, ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਤਿਨਾਂ ਦੇ 7ਵੀਂ ਪੀੜ੍ਹੀ ਸਨ ਬਾਬਾ ਵਿਨੋਦ ਸਿੰਘ ਜੀ। ਤ੍ਰਿਹਣ ਕੁਲ ਦੇ ਵਿੱਚੋਂ ਆਪ ਜੀ ਸਨ। ਬਾਬਾ ਵਿਨੋਦ ਸਿੰਘ ਜੀ ਨੇ ਬੜੇ ਹੀ ਸੁਚੱਜੇ ਢੰਗ ਦੇ ਨਾਲ ਪੰਥ ਦੀ ਅਗਵਾਈ ਕੀਤੀ, ਪੰਥ ਨੂੰ ਔਖੇ ਸਮੇਂ ਦੇ ਵਿੱਚੋਂ ਕੱਢਿਆ। ਬਾਬਾ ਬੰਦਾ ਸਿੰਘ ਜੀ ਸ਼ਹੀਦੀ ਪਾ ਗਏ ਅਤੇ ਤਤ ਖਾਲਸਾ ਸ਼੍ਰੀ ਦਰਬਾਰ ਸਾਹਿਬ ਵਿਖੇ ਆ ਕੇ ਬਿਰਾਜਮਾਨ ਹੋ ਗਿਆ। ਜਦੋਂ ਬਾਬਾ ਜੀ ਬਜ਼ੁਰਗ ਹੋ ਗਏ ਤਾਂ ਉਹਨਾਂ ਨੇ ਆਪਣੀ ਥਾਂ 'ਤੇ ਦੀਵਾਨ ਦਰਬਾਰਾ ਸਿੰਘ ਜੀ ਨੂੰ ਇਸ ਪੰਥ ਅਕਾਲੀ ਬੁੱਢੇ ਦਲ ਦੇ ਜਥੇਦਾਰ ਥਾਪਣਾ ਕੀਤਾ। ਬਾਬਾ ਦੀਵਾਨ ਸਿੰਘ ਜੀ, ਬਾਬਾ ਦਰਬਾਰਾ ਸਿੰਘ ਜੀ ਜੋ ਦੀਵਾਨ ਸਨ, ਕਲਗੀਧਰ ਪਾਤਸ਼ਾਹ ਜੀ ਦੇ ਨਾਲ ਰਹਿ ਕਰਕੇ ਸ਼੍ਰੀ ਅਨੰਦਪੁਰ ਸਾਹਿਬ ਜੀ ਵਿਖੇ ਜੋ ਵੀ ਅਨੰਦਪੁਰ ਸਾਹਿਬ ਦਾ ਹਿਸਾਬ ਕਿਤਾਬ ਸੰਗਤਾਂ ਵੱਲੋਂ ਮਾਇਆ ਆਣੀ, ਕਿੱਥੇ ਖਰਚਣਾ, ਬਾਬਾ ਜੀ ਸਾਂਭਦੇ ਕਰਦੇ ਸਨ। ਉਸ ਸਮੇਂ ਖਾਲਸੇ ਪੰਥ ਦੇ ਵਿੱਚ ਲਗਭਗ 80,000 ਦੇ ਨੇੜੇ ਤੇੜੇ ਫੌਜਾਂ, ਘੋੜ ਸਵਾਰ, ਤਿਆਰ ਬਰ ਤਿਆਰ ਸਿੰਘ ਸੂਰਮੇ ਸ੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਵਿਖੇ ਪੰਥ ਦਾ ਜੋ ਛੋਣੀਆਂ ਪਈਆਂ ਹੋਈਆਂ ਸਨ, ਉੱਥੇ ਖਾਲਸਾ ਪੰਥ ਸਤਿਗੁਰਾਂ ਦੀ ਓਟ ਆਸਰਾ ਲੈ ਕੇ ਜੰਗ ਵੀ ਕਰ ਰਿਹਾ ਸੀ ਅਤੇ ਜੋ ਔਖੇ ਸਮੇਂ ਨੂੰ ਵੀ ਸਿੰਘ ਜੂਝ ਰਹੇ ਸਨ। ਅਤੇ ਬਾਬਾ ਦੀਵਾਨ ਦਰਬਾਰਾ ਸਿੰਘ ਜੀ ਦੇ ਸਮੇਂ ਹੀ ਖਾਲਸੇ ਪੰਥ ਦੇ ਕੋਲ ਜ਼ਕਰੀਆ ਖਾਨ ਨੇ ਨਵਾਬੀ ਭੇਜੀ, ਅਤੇ ਉਹ ਨਵਾਬੀ ਪੰਥ ਖਾਲਸੇ ਨੇ 5 ਸਿੰਘਾਂ ਦੀ ਜੁੱਤੀ ਦੇ ਨਾਲ ਲਾ ਕਰਕੇ ਬਾਬਾ ਨਵਾਬ ਕਪੂਰ ਸਿੰਘ ਜੀ ਨੂੰ ਦਿੱਤੀ। ਅਤੇ ਕਹਿੰਦੇ ਬਹੁਤ ਵਿਚਾਰਾਂ ਹੋਈਆਂ ਕਿ ਨਵਾਬੀ ਕਿਸ ਨੂੰ ਦਿੱਤੀ ਜਾਵੇ। ਫਿਰ ਸਿੰਘਾਂ ਨੇ ਹੁਕਮਨਾਮਾ ਲਿਆ ਅਤੇ ਗੁਰਬਾਣੀ ਦੇ ਵਿੱਚੋਂ ਸਤਿਗੁਰਾਂ ਦਾ ਫਰਮਾਨ ਸੀ, ਟਹਿਲ ਮਹਿਲ ਤਾਕੋ ਮਿਲੈ ਜਾ ਕੋ ਸਾਧ ਕਿਰਪਾਲ। ਅਤੇ ਉਸ ਸਮੇਂ ਦੇਖਿਆ ਗਿਆ ਕਿ ਐਸਾ ਕਿਹੜਾ ਸਿੰਘ ਹੈ। ਤਾਂ ਉਸ ਸਮੇਂ ਸਾਧ ਸੰਗਤ ਜੀ, ਬਾਬਾ ਨਵਾਬ ਕਪੂਰ ਸਿੰਘ ਜੀ ਖਾਲਸੇ ਪੰਥ ਦੇ ਵਿੱਚ ਪੱਖਾ ਫੜ ਕੇ ਸਿੰਘਾਂ ਨੂੰ ਹਵਾ ਦੇਣ ਦੀ ਸੇਵਾ ਕਰ ਰਹੇ ਸਨ। ਅਤੇ ਖਾਲਸੇ ਪੰਥ ਨੇ ਦੇਖਿਆ ਕਿ ਇਹ ਭੁਜੰਗੀ ਬਹੁਤ ਸੇਵਾ ਕਰਦਾ ਹੈ ਅਤੇ ਇਸ ਨੂੰ ਹੀ ਨਵਾਬੀ ਦਿੱਤੀ ਜਾਵੇ। ਸੋ 5 ਸਿੰਘਾਂ ਦੇ ਕਹਿਣ 'ਤੇ ਬਾਬਾ ਦਰਬਾਰਾ ਸਿੰਘ ਜੀ ਜੋ ਨਵਾਬੀ ਸੀ, ਨਵਾਬ ਕਪੂਰ ਸਿੰਘ ਜੀ ਨੂੰ ਦਿੱਤੀ। ਅਤੇ ਆਪ ਜੀ ਬਾਅਦ ਦੇ ਵਿੱਚ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, ਬਾਬਾ ਨਵਾਬ ਕਪੂਰ ਸਿੰਘ ਜੀ ਨੇ ਜਦੋਂ ਨਵਾਬੀ ਸਾਂਭੀ, ਫਿਰ ਪੰਥ ਖਾਲਸੇ ਦੀਆਂ ਫੌਜਾਂ ਬਹੁਤ ਸਨ ਅਤੇ ਜੋ ਲੰਗਰ ਇਕੱਠਾ ਨਹੀਂ ਚੱਲਦਾ ਸੀ, ਸਿੰਘਾਂ ਦੇ ਆਪਸ ਵਿੱਚ ਬੋਲਬਾਲੇ ਵੀ ਹੋ ਜਾਂਦੇ ਸਨ ਅਤੇ ਸਿੰਘ ਦਾਤਨ ਗੁਰਲਾ ਕਰ ਲੈਂਦੇ ਹੁੰਦੇ ਸਨ ਆਪਸ 'ਚ। ਇਸ ਕਰਕੇ ਖਾਲਸਾ ਪੰਥ 2 ਦਲਾਂ ਦੇ ਵਿੱਚ ਵੰਡਿਆ ਗਿਆ, ਬੁੱਢਾ ਦਲ ਅਤੇ ਤਰਨਾ ਦਲ। ਜੋ ਤਰਨਾ ਦਲ ਸਨ, ਉਹਦੇ ਵਿੱਚ 40 ਸਾਲ ਤੋਂ ਉਮਰ ਤੋਂ ਘੱਟ ਜਿਹੜੇ ਸਿੰਘ ਸਨ, ਜੋ ਜੁਝਾਰੂ ਸਿੰਘ ਸਨ, ਉਹ ਤਰਨਾ ਦਲ ਵਿੱਚ ਸ਼ਾਮਲ ਹੋਏ। ਅਤੇ ਜੋ ਬੁੱਢਾ ਦਲ ਸੀ, ਉਸ ਵਿੱਚ ਸੂਝਵਾਨ ਸਿੰਘ, ਬਜ਼ੁਰਗ ਸਿੰਘ, ਜੋ ਪੰਥ ਦੀ ਨੀਤੀ ਨੂੰ ਸਮਝਦੇ ਸਨ, ਜਿਨ੍ਹਾਂ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਰਹਿ ਕਰਕੇ ਸੇਵਾਵਾਂ ਕੀਤੀਆਂ। ਐਸੇ ਸਿੰਘਾਂ ਦੇ ਵਿੱਚੋਂ ਬਾਬਾ ਨਵਾਬ ਕਪੂਰ ਸਿੰਘ ਜੀ ਆਪ ਬੁੱਢੇ ਦਲ ਦੇ 3ਜੇ ਮੁਖੀ ਬਣੇ। ਉਪਰੰਤ ਬਾਬਾ ਜੋ ਚੌਥੇ ਜਥੇਦਾਰ ਹਨ ਇਸ ਬੁੱਢਾ ਦਲ ਪੰਥ ਦੇ, ਸੁਲਤਾਨੁਲ ਕੌਮ ਸਿੰਘ ਸਾਹਿਬ ਜਥੇਦਾਰ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ, ਇਹਨਾਂ ਨੇ ਪੰਥ ਖਾਲਸੇ ਦੀ ਇੰਨੀ ਤਰੱਕੀ ਕੀਤੀ, ਅਨੇਕਾਂ ਜੰਗ ਕੀਤੇ। ਛੋਟਾ ਘੱਲੂ ਘਾਰਾ
ਵੱਡਾ ਘੱਲੂਘਾਰਾ ਆਪਣੇ ਪਿੰਡੇ ਉੱਤੇ ਹੰਢਾ ਕਰਕੇ ਤੇ ਦਿੱਲੀ ਦੇ ਉੱਤੇ ਖਾਲਸਾਈ ਨਿਸ਼ਾਨ ਝੁਲਾ ਕਰਕੇ ਖਾਲਸਾ ਰਾਜ ਸਥਾਪਿਤ ਕੀਤਾ। ਉਪਰੰਤ ਬਾਬਾ ਜੱਸਾ ਸਿੰਘ ਜੀ ਵਿਸਾਖੀ ਤੋਂ ਬਾਅਦ ਹੈਜੇ ਦੀ ਬਿਮਾਰੀ ਦੇ ਨਾਲ ਆਪ ਜੀ ਦਾ ਸਰੀਰ ਖਰਾਬ ਹੋ ਗਿਆ। ਇਸ ਕਰਕੇ ਬਾਬਾ ਜੀ ਇਸ ਸੰਸਾਰ ਵਿੱਚੋਂ ਜੋਤੀ ਜੋਤ ਸਮਾ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਬਿਰਾਜਮਾਨ ਹੋ ਗਏ। ਉਸ ਸਮੇਂ ਪੰਥ ਵਿੱਚ ਵਿਚਾਰ ਕੀਤੀ ਗਈ ਕਿ ਹੁਣ ਪੰਥ ਦੀ ਬਾਗਡੋਰ ਕਿਸ ਸੂਰਮੇ ਜਰਨੈਲ ਨੂੰ ਦਿੱਤੀ ਜਾਵੇ। ਤਾਂ ਫਿਰ ਜੋ ਸੂਝਵਾਨ ਸਿੰਘ ਸਨ ਉਹਨਾਂ ਨੇ ਵਿਚਾਰ ਕਰਕੇ ਇਹ ਫੈਸਲਾ ਕੀਤਾ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੇ ਜਥੇਦਾਰ ਅਕਾਲੀ ਨੈਣਾ ਸਿੰਘ ਜੀ ਨੂੰ ਬਣਾਇਆ ਜਾਵੇ। ਅਕਾਲੀ ਨੈਣਾ ਸਿੰਘ ਜੀ ਉਹ ਗੁਰਮੁਖ ਸਿੰਘ ਪਿਆਰੇ ਸਨ ਜਿਨ੍ਹਾਂ ਨੇ 10ਵੇਂ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕੀਤੇ ਸਨ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਤੋਂ ਆਪ ਜੀ ਨੇ ਅੰਮ੍ਰਿਤ ਦੀ ਪਹੁਲ ਲਿੱਤੀ ਤੇ ਪੰਥ ਖਾਲਸੇ ਦੇ ਵਿੱਚ ਬਹੁਤ ਅਨੇਕਾਂ ਜੰਗਾਂ ਦੇ ਵਿੱਚ ਅੱਗੇ ਹੋ ਕਰਕੇ ਸੇਵਾਵਾਂ ਕੀਤੀਆਂ। ਆਪ ਜੀ ਦਾ ਜੋ ਅੰਗੀਠਾ ਸਥਾਨ ਹੈ ਗੁਰਦੁਆਰਾ ਵਿਵੇਕਸਰ ਸਾਹਿਬ ਸਰੋਵਰ ਦੇ ਉੱਤੇ ਬਿਰਾਜਮਾਨ ਹੈ। ਸੋ ਜਦੋਂ ਵੀ ਆਪ ਜੀ ਜਾਓ ਦਰਸ਼ਨ ਕਰਨ ਇਹਨਾਂ ਪੁਰਾਤਨ ਗੁਰਸਿੱਖਾਂ ਦੇ ਅਸਥਾਨਾਂ 'ਤੇ ਜਾ ਕਰਕੇ ਇਹਨਾਂ ਦੀ ਸੇਵਾ ਸੰਭਾਲ ਕਰਿਆ ਕਰੀਏ। ਬਾਬਾ ਨੈਣਾ ਸਿੰਘ ਜੀ ਜਿਨ੍ਹਾਂ ਦੇ ਚੇਲੇ ਅੱਗੇ ਹੋਏ ਬਾਬਾ ਫੂਲਾ ਸਿੰਘ ਜੀ ਅਕਾਲੀ, ਬਾਬਾ ਨੈਣਾ ਸਿੰਘ ਜੀ, ਬਾਬਾ ਤਪਾ ਸਿੰਘ ਜੀ ਤੇ ਬਾਬਾ ਈਸ਼ਰ ਸਿੰਘ ਜੀ, ਇਹ 3 ਗੁਰ ਭਾਈ ਸਨ। ਅਤੇ ਜਦੋਂ ਵੱਡਾ ਘੱਲੂਘਾਰਾ ਹੋਇਆ ਬਾਬਾ ਈਸ਼ਰ ਸਿੰਘ ਜੀ ਵੱਡੇ ਘੱਲੂਘਾਰੇ ਵਿੱਚ ਜਦੋਂ ਫਟ ਲੱਗ ਗਏ ਤੇ ਆਪਣੇ ਪੁੱਤਰ ਦਾ ਹੱਥ ਬਾਬੇ ਨੈਣਾ ਸਿੰਘ ਨੂੰ ਫੜਾ ਕਰਕੇ ਕਿਹਾ, ਜਥੇਦਾਰ ਜੀ ਇਹ ਆਪ ਜੀ ਦਾ ਪੁੱਤਰ ਹੈ, ਇਸ ਦੀ ਆਪ ਜੀ ਨੇ ਸੇਵਾ ਲੈਣੀ ਤੇ ਪੰਥ ਖਾਲਸੇ ਨੂੰ ਇਸ ਨੂੰ ਵਿੱਦਿਆ ਦੇਣੀ। ਬਾਬਾ ਫੂਲਾ ਸਿੰਘ ਜੀ ਜੋ ਬਹੁਤ ਹੀ ਅਨੇਕਾਂ ਉਹਨਾਂ ਨੇ ਕਾਰਜ ਕੀਤੇ। ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਦੋਂ ਮਿਸਲਾਂ ਦਾ ਜੰਗ ਹੋਣ ਲੱਗਾ ਤਾਂ ਬਾਬਾ ਫੂਲਾ ਸਿੰਘ ਜੀ ਆਪ ਵਿੱਚ ਜਾ ਕੇ ਖੜ ਗਏ। ਕਹਿੰਦੇ ਇਹ ਗੁਰਾਂ ਦੀ ਨਗਰੀ ਹੈ, ਇੱਥੇ ਜੇ ਸਿੱਖ ਤੇ ਵਾਰ ਕਰੇਗਾ ਇਹ ਸਾਨੂੰ ਸੋਭਾ ਨਹੀਂ ਦਿੰਦਾ। ਸਾਧ ਸੰਗਤ ਜੀ ਬਾਬਾ ਫੂਲਾ ਸਿੰਘ ਜੀ ਨੇ ਪੰਥ ਦੀ ਅਗਵਾਈ ਕੀਤੀ, ਐਸੀ ਅਗਵਾਈ ਕੀਤੀ ਨੇ ਧੜਕ ਜਰਨੈਲ ਸਨ, ਕਿਸੇ ਨੂੰ ਨਹੀਂ ਡਰਦੇ ਸਨ। ਤੇ ਉਹਨਾਂ ਨੇ ਨੌਸ਼ਹਿਰੇ ਦੇ ਜੰਗ ਦੇ ਵਿੱਚ ਜਦੋਂ ਨੌਸ਼ਹਿਰਾ ਫਤਿਹ ਕੀਤਾ ਆਪ ਅੱਗੇ ਹੋ ਕਰਕੇ ਹਾਥੀ ਉੱਤੇ ਸਵਾਰ ਸਨ ਤੇ ਦੁਗਾੜਾ ਆ ਕੇ ਦੁਨਾਲੀ ਦਾ ਵਾਰ ਹੋਇਆ ਤੇ ਆਪ ਜੀ ਉੱਥੇ ਸ਼ਹੀਦੀ ਪ੍ਰਾਪਤ ਕਰ ਗਏ। ਤੇ ਪੰਥ ਖਾਲਸੇ ਨੇ ਫਿਰ ਵਿਚਾਰ ਕੀਤੀ ਕਿ ਅਗਲਾ ਜਥੇਦਾਰ ਅਗਲਾ ਮੁਖੀ ਕੌਣ ਹੋਏ। ਉਸ ਸਮੇਂ ਬਜ਼ੁਰਗ ਉਮਰ ਦੇ ਵਿੱਚ ਬਾਬਾ ਹਨੂਮਾਨ ਸਿੰਘ ਜੀ ਜਿਨ੍ਹਾਂ ਦੀ ਉਮਰ ਲਗਭਗ ਉਸ ਸਮੇਂ 70 ਸਾਲ ਤੱਕ ਦੀ ਉਮਰ ਸੀ ਉਹਨਾਂ ਦੀ ਕਹਿੰਦੇ, ਤੇ ਉਹਨਾਂ ਨੇ ਨਾਲ ਰਹਿ ਕਰਕੇ ਬਾਬਾ 10ਵੇਂ ਪਾਤਸ਼ਾਹ ਦੀ ਸਮੇਂ ਪੁਰਾਤਨ ਸਿੰਘ ਸਨ ਉਹ, ਤੇ ਉਹਨਾਂ ਨੇ ਜੰਗ ਕੀਤੇ, ਉਹਨਾਂ ਨੂੰ ਜਥੇਬੰਦਾਰੀ ਪੰਥ ਖਾਲਸੇ ਬੁੱਢੇ ਦਲ ਦੀ ਦਿੱਤੀ ਗਈ। ਬਾਬਾ ਹਨੂਮਾਨ ਸਿੰਘ ਜੀ ਨੇ ਅਨੇਕਾਂ ਜੰਗ ਕੀਤੇ। ਜਦੋਂ ਸਿੱਖ ਰਾਜ ਸਮਾਪਤ ਹੋਇਆ ਅੰਗਰੇਜ਼ਾਂ ਦੇ ਨਾਲ ਆਪ ਜੀ ਨੇ ਅੱਗੇ ਹੋ ਕਰਕੇ ਜੰਗ ਕੀਤੇ ਅਤੇ ਅੰਗਰੇਜ਼ਾਂ ਨੂੰ 2 ਵਾਰੀ ਹਰਾ ਦਿੱਤਾ। ਤੀਜੀ ਵਾਰੀ ਜਦੋਂ ਗੱਦਾਰਾਂ ਨੇ ਗੱਦਾਰ ਨਿਕਲੇ ਕੌਮ ਦੇ ਵਿੱਚੋਂ ਧਿਆਨ ਸਿੰਘ ਡੋਗਰੇ ਵਰਗੇ, ਇਹਨਾਂ ਨੇ ਜਦੋਂ ਵੈਰ ਕਮਾਇਆ ਉਸ ਸਮੇਂ ਪੰਥ ਖਾਲਸਾ ਅੰਗਰੇਜ਼ਾਂ ਤੋਂ ਜੰਗ ਦੇ ਵਿੱਚ ਪੈਰ ਪਿੱਛੇ ਹਟ ਗਏ ਤੇ ਸਿੰਘਾਂ ਨੇ ਵਿਚਾਰ ਕੀਤੀ ਕਿ ਹੁਣ ਮਾਲਵੇ ਦੇਸ਼ ਨੂੰ ਹੋ ਜਾਈਏ। ਬਾਬਾ ਹਨੂਮਾਨ ਸਿੰਘ ਜੀ ਮਾਲਵਾ ਦੇਸ਼ 'ਚ ਗਏ। ਜਦੋਂ ਪਟਿਆਲੇ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਹੈ, ਇਸ ਨੂੰ ਇੱਥੇ ਪਹਿਲਾਂ ਟੋਭਾ ਹੁੰਦਾ ਸੀ, ਉਸ ਨੂੰ ਕਿਹਾ ਜਾਂਦਾ ਸੀ ਨਿਹੰਗਾਂ ਦਾ ਟੋਭਾ। ਇਹਦਾ ਨਾਮ ਨਿਹੰਗਾਂ ਦਾ ਟੋਭਾ ਤਾਂ ਪਿਆ ਸੀ ਕਿ ਇੱਥੇ ਪੰਥ ਨੇ ਆ ਕੇ ਪੜਾਅ ਕੀਤਾ। ਜੰਗ ਦੇ ਵਿੱਚੋਂ ਸਿੰਘ ਸ਼ਹੀਦੀਆਂ ਪਾ ਕੇ ਆ ਰਹੇ ਸਨ, ਸਿੰਘਾਂ ਦੇ ਜ਼ਖਮ ਲੱਗੇ ਹੋਏ ਸਨ, ਸੱਟਾਂ ਲੱਗੀਆਂ ਹੋਈਆਂ ਸਨ। ਉਸ ਸਮੇਂ ਜਦੋਂ ਸਿੰਘਾਂ ਨੇ ਲੰਗਰ ਪ੍ਰਸ਼ਾਦਾ ਤਿਆਰ ਕਰਨ ਲੱਗੇ ਤੇ ਜੋ ਪਟਿਆਲੇ ਦੇ ਰਾਜਾ ਕਰਮ ਸਿੰਘ ਸੀ, ਇਹਦੀ ਅੰਗਰੇਜ਼ਾਂ ਦੇ ਨਾਲ ਸੰਧੀ ਸੀ। ਇਸ ਨੇ ਖਾਲਸਾ ਜੀ ਸਿੰਘਾਂ ਦੇ ਉੱਤੇ ਲੰਗਰ ਬਣਾਉਂਦੇ ਹੋਏ ਸਿੰਘਾਂ ਦੇ ਉੱਤੇ ਤੋਪਾਂ ਚਲਾ ਦਿੱਤੀਆਂ। ਜਦੋਂ ਤੋਪਾਂ ਚਲਾ ਦਿੱਤੀਆਂ ਬਾਬਾ ਹਨੂਮਾਨ ਸਿੰਘ ਜੀ ਨੇ ਆਪਣੀ ਲੋਈ ਲਾ ਕੇ ਉਸ ਤੋਪ ਨੂੰ ਢੱਕ ਦਿੱਤਾ ਤੇ ਕਹਿ ਦਿੱਤਾ ਕਿ ਇਹ ਤੇਰੀਆਂ ਤੋਪਾਂ ਤੇ ਕੀ ਚੱਲਣਗੀਆਂ, ਤੇਰਾ ਤਾਂ ਲੰਗਰ ਵੀ ਨਹੀਂ ਬਣੇਗਾ। ਤੂੰ ਸਿੰਘਾਂ ਨੂੰ ਲੰਗਰ ਨਹੀਂ ਛਕਣ ਦਿੱਤਾ, ਤੇਰੇ ਘਰ ਦੇ ਵਿੱਚ ਲੰਗਰ ਨਹੀਂ ਪੱਕੇਗਾ। 80 ਸਾਲ ਰਾਜੇ ਕਰਮ ਸਿੰਘ ਦੇ ਜੋ ਲੰਗਰ ਬਣਦਾ ਸੀ ਉਹਦੇ ਵਿੱਚ ਕੀੜੇ ਪੈ ਜਾਂਦੇ ਸੀ। ਤੇ ਫਿਰ ਅਰਦਾਸ ਕੀਤੀ ਕਿ ਬਾਅਦ ਦੇ ਵਿੱਚ ਉਹ ਵੀ ਆਪ ਜੀ ਨੂੰ ਸਾਖੀ ਦੱਸਦੇ ਹਾਂ, ਸਮਾਂ ਥੋੜ੍ਹਾ ਜਿਹਾ ਵੱਧ ਲੱਗੇਗਾ, ਮਾਫੀ ਚਾਹੁੰਦੇ ਹਾਂ। ਪਰ ਇਹ ਪੰਥ ਦਾ ਇਤਿਹਾਸ ਬਹੁਤ ਵੱਡਾ ਵਿਸ਼ਾਲ ਹੈ। 300 ਲਗਭਗ 300 ਸਾਲ ਤੋਂ ਇਹ ਪੰਥ ਚੱਲਦਾ ਆ ਰਿਹਾ। ਸੋ ਬਾਬਾ ਹਨੂਮਾਨ ਸਿੰਘ ਜੀ ਨੇ ਉਸ ਸਮੇਂ ਚਾਲੇ ਪਾਏ ਪਟਿਆਲੇ ਤੋਂ। ਆਪ ਜੰਗ ਕਰਦੇ ਹੋਏ ਕੁੰਬੜੇ ਸੁਹਾਣੇ ਚੰਡੀਗੜ੍ਹ ਮੋਹਾਲੀ ਦੇ ਵਿੱਚ ਇਹ ਸਥਾਨ ਹੈ, ਇੱਥੇ ਆ ਕੇ ਆਪ ਜੀ ਸ਼ਹੀਦੀ ਪਾ ਗਏ। ਤੇ ਉਸ ਸਮੇਂ ਖਾਲਸੇ ਪੰਥ ਨੇ
ਸਿੰਘ ਜੰਗ ਦੇ ਵਿੱਚੋਂ ਨਿਕਲਦੇ ਹੋਏ ਬਾਬਾ ਪ੍ਰਹਲਾਦ ਸਿੰਘ ਜੀ ਦੀ ਅਗਵਾਈ ਦੇ ਹੇਠ ਲਗਭਗ ਕਹਿੰਦੇ 25 ਸਿੰਘ ਬਚੇ ਸਨ। 25 ਸਿੰਘ ਸਤਿਗੁਰੂ ਪਾਤਸ਼ਾਹ ਜੀ ਦੀ ਓਟ ਆਸਰਾ ਲੈ ਕੇ ਜਦੋਂ ਨਾਂਦੇੜ ਤੋਂ ਤੋੜੇ ਸਨ, ਉਦੋਂ ਵੀ 25 ਸਿੰਘਾਂ ਦਾ ਜਥਾ ਸੀ। ਤੇ ਜਦੋਂ ਸਿੰਘ ਦੁਆਰਾ ਪੰਜਾਬ ਦੇ ਵਿੱਚੋਂ ਜੰਗ ਕਰਕੇ ਵਾਪਸ ਨਾਂਦੇੜ ਪਹੁੰਚੇ, ਉਦੋਂ 25 ਸਿੰਘ ਪਹੁੰਚੇ। ਪਰ ਉਸ ਸਮੇਂ ਅੰਗਰੇਜ਼ ਸਰਕਾਰ ਦੀ ਨੀਤੀ ਐਸੀ ਸੀ, ਜਦੋਂ ਖਾਲਸਾ ਪੰਥ 25 ਸਿੰਘ ਉਹ ਬਜ਼ੁਰਗ ਸਿੰਘ ਜੰਗ ਕਰਦੇ ਹੋਏ ਫੱਟਾਂ ਖਾਂਦੇ ਹੋਏ ਸ਼੍ਰੀ ਹਜੂਰ ਸਾਹਿਬ ਪਹੁੰਚੇ, ਤਾਂ ਉੱਥੇ ਅੰਗਰੇਜ਼ਾਂ ਨੇ ਖਬਰ ਪਹੁੰਚਾ ਦਿੱਤੀ ਕਿ ਇਹ ਜੋ ਨਿਹੰਗ ਆਏ ਹਨ, ਇਹ ਤਖਤ ਸਾਹਿਬ ਦਾ ਪ੍ਰਬੰਧ ਲੈਣ ਆਏ ਹਨ। ਇਹ ਤਖਤ ਸਾਹਿਬ ਦਾ ਪ੍ਰਬੰਧ ਆਪ ਕਰਨਗੇ ਤੇ ਸਾਨੂੰ ਖੋਹ ਦੇਣਗੇ। ਸੋ ਹਜੂਰੀ ਸਿੰਘਾਂ ਦੇ ਵਿੱਚ ਤੇ ਬੁੱਢੇ ਦਲ ਦੇ ਵਿੱਚ ਪਾੜ ਪਾਇਆ ਗਿਆ। ਤੇ ਉਸ ਸਮੇਂ ਜਦੋਂ ਬਾਬਾ ਆਲਾ ਸਿੰਘ ਜੀ ਜੋ ਗ੍ਰੰਥੀ ਹੈੱਡ ਗ੍ਰੰਥੀ ਸਨ ਤਖਤ ਸਾਹਿਬ ਦੇ, ਉਹ ਕੁਝ ਸਿੰਘਾਂ ਦਾ ਜਥਾ ਲੈ ਕਰਕੇ ਆਏ ਤੇ ਸਿੰਘਾਂ ਦੇ ਵਿੱਚ ਆਪਸੀ ਜੰਗ ਹੋਇਆ। ਉਸ ਜੰਗ ਦੇ ਵਿੱਚ ਬਾਬਾ ਪ੍ਰਹਲਾਦ ਸਿੰਘ ਜੀ ਅਤੇ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਉੱਥੇ ਸ਼ਹੀਦੀ ਪ੍ਰਾਪਤ ਕਰ ਗਏ। ਤੇ ਅੰਗਰੇਜ਼ਾਂ ਨੇ ਜਦੋਂ ਜੰਗ ਹੋਇਆ ਤਾਂ ਉੱਥੇ ਨਵਾਬ ਹੈਦਰਾਬਾਦ ਦੀ ਫੌਜ ਆ ਗਈ। ਨਵਾਬ ਦੀ ਫੌਜ ਨੇ ਕੀ ਕੀਤਾ, ਸਿੰਘਾਂ ਨੂੰ ਕਿਹਾ ਕਿ ਤੁਸੀਂ ਉਹਨਾਂ ਦੇ ਗੁਰੂ ਪੰਥ ਖਾਲਸੇ ਦੇ ਜੋ ਨਿਸ਼ਾਨ ਨਗਾਰੇ 10ਵੇਂ ਪਾਤਸ਼ਾਹ ਮਹਾਰਾਜ ਨੇ ਦਿੱਤੇ ਸੀ, ਉਹਨਾਂ ਨੇ ਕੈਦ ਕਰ ਲਏ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕੈਦ ਕਰਕੇ ਹੈਦਰਾਬਾਦ ਨਿਜ਼ਾਮ ਨੇ ਆਪਣੇ ਕੋਲ ਜ਼ਬਤ ਕਰ ਲਿਆ। ਖਾਲਸੇ ਪੰਥ ਉਹਨਾਂ ਉਸ ਸਮੇਂ ਬਿਹੰਗਮ ਸਿੰਘ ਰਹਿ ਗਏ ਤੇ 12 ਸਾਲ ਉਹਨਾਂ ਸਿੰਘਾਂ ਨੇ ਐਸੀ ਘਾਲਣਾ ਕਮਾਈ ਕਿ ਕਹਿੰਦੇ ਅੰਮ੍ਰਿਤ ਵੇਲੇ ਉੱਠ ਜਾਣਾ ਕਰਨਾ ਤੇ ਕੋਈ ਰਾਜ ਸਾਜ ਕੋਈ ਸਾਜ ਨਹੀਂ ਹੋਣਾ, ਕੜਿਆਂ ਦੇ ਨਾਲ ਆਸਾ ਦੀ ਵਾਰ ਕਰਨੀ। ਐਸਾ ਉਹਨਾਂ ਦਾ ਪਹਿਰਾ ਸੀ। ਆਪਣੇ ਸਰਬਲੋਚ ਖਾਣਾ, ਇੱਕ ਰਾਤ ਕਹਿੰਦੇ ਇੱਕ ਪੇੜ ਥੱਲੇ, ਦੂਜੀ ਰਾਤ ਦੂਜੇ ਪੇੜ ਥੱਲੇ, ਥੋੜਾ ਅੱਗੇ ਲੰਘ ਜਾਣਾ। ਚੱਕਰਵਰਤੀ ਪਹਿਰਾ ਜੋ ਪਾਤਸ਼ਾਹ ਨੇ ਦਿੱਤਾ ਸੀ, ਐਸਾ ਕਠਨ ਕਮਾਈ ਉਹਨਾਂ ਗੁਰੂ ਕੇ ਖਾਲਸੇ ਪਿਆਰਿਆਂ ਨੇ ਕੀਤੀ। ਫਿਰ ਕਹਿੰਦੇ ਲਗਭਗ 12 ਸਾਲ ਇਸ ਤਰ੍ਹਾਂ ਬੀਤ ਗਏ ਤੇ ਉਹਨਾਂ ਵਿੱਚੋਂ 25 ਸਿੰਘਾਂ ਵਿੱਚੋਂ 3 ਸਿੰਘ ਬਚ ਗਏ। ਬਾਬਾ ਪ੍ਰਹਲਾਦ ਸਿੰਘ ਜੀ ਸ਼ਹੀਦੀ ਪਾ ਗਏ। ਉਹਨਾਂ ਤੋਂ ਬਾਅਦ ਅਗਲੇ ਜਥੇਦਾਰ ਹੋਏ ਬਾਬਾ ਗਿਆਨਾ ਸਿੰਘ ਜੀ। ਬਾਬਾ ਗਿਆਨਾ ਸਿੰਘ ਜੀ ਜੋ ਜਥੇਦਾਰ ਸਨ, 9ਵੇਂ ਜਥੇਦਾਰ ਬੁੱਢਾ ਦਲ ਦੇ, ਉਹਨਾਂ ਨੇ ਐਸੀ ਘਾਲਣਾ ਕਮਾਈ। ਉਹਨਾਂ ਨੇ ਸੋਚਿਆ 3 ਸਿੰਘ ਰਹਿ ਗਏ, ਬਾਬਾ ਪ੍ਰੇਮ ਸਿੰਘ ਜੀ, ਬਾਬਾ ਗਿਆਨਾ ਸਿੰਘ ਜੀ ਅਤੇ ਇੱਕ ਹੋਰ ਬਜ਼ੁਰਗ ਸਿੰਘ ਸਨ। ਉਹਨਾਂ ਨੇ ਵਿਚਾਰ ਕੀਤੀ ਕਿ ਜੇ ਅਸੀਂ ਇੱਥੇ ਰਹਿੰਦੇ ਰਹੇ ਤੇ ਪੰਥ ਤਾਂ ਸਮਾਪਤ ਹੋ ਜਾਏਗਾ। ਪੰਜਾਬ ਦੇ ਵਿੱਚ ਤਾਂ ਅੰਗਰੇਜ਼ਾਂ ਨੇ ਰਾਜ ਕਰ ਲਿਆ ਤੇ ਅਸੀਂ ਪੰਥ ਨੂੰ ਫਿਰ ਮੁੜ ਸੁਰਜੀਤ ਕਰੀਏ। ਬਾਬਾ ਪ੍ਰੇਮ ਸਿੰਘ ਜੀ ਅਰਦਾਸਾ ਸੋਧ ਕੇ ਹੈਦਰਾਬਾਦ ਗਏ। ਹੈਦਰਾਬਾਦ ਜਿੱਥੇ ਰਾਜੇ ਦਾ ਕਿਲਾ ਸੀ ਨਵਾਬ ਦਾ, ਉਹਦੇ ਬਾਹਰ ਜਾ ਕੇ ਉਹਨਾਂ ਨੇ ਫੌਜਾਂ ਨੂੰ ਕਿਹਾ ਕਿ ਸਾਨੂੰ ਅਸੀਂ ਮਿਲਣਾ ਰਾਜੇ ਨੂੰ। ਉਹਨਾਂ ਨੇ ਸਮਾਂ ਨਹੀਂ ਦਿੱਤਾ ਨਵਾਬ ਨੂੰ ਮਿਲਣ ਦਾ। ਬਾਬਾ ਜੀ ਬਾਹਰ ਖੜੇ ਰਹੇ। ਫਿਰ ਕਹਿੰਦੇ ਬਾਬਾ ਜੀ ਕਹਿੰਦੇ ਚਲੋ ਕੋਈ ਗੱਲ ਨਹੀਂ, ਨਹੀਂ ਆਉਂਦਾ ਤੇ ਨਹੀਂ। ਇੱਕ ਆਪਣੇ ਸਲੋਤਰ ਫੜਿਆ ਹੱਥ ਵਿੱਚ ਤੇ ਜਾਪ ਕਰਨ ਲੱਗ ਪਏ। 2 ਦਿਨ ਖੜ ਕੇ ਜਾਪ ਕੀਤਾ, 48 ਘੰਟੇ ਉੱਥੇ। ਤੇ ਕਹਿੰਦੇ ਨਵਾਬ ਬਾਹਰ ਨਿਕਲਣ ਲੱਗਾ। ਜਦੋਂ ਨਵਾਬ ਸੈਰ ਕਰਨ ਵਾਸਤੇ ਰੱਥ ਉੱਤੇ ਨਿਕਲਿਆ, ਉਹਦੇ ਚੱਕਿਆਂ ਨੂੰ ਰੱਥ ਦੇ ਅੱਗ ਲੱਗ ਗਈ। ਜਦੋਂ ਅੱਗ ਲੱਗ ਗਈ, ਉਹਨਾਂ ਨੇ ਅੱਗ ਬੁਝਾਈ। ਫਿਰ ਨਵਾਬ ਅੰਦਰ ਮਹਿਲ 'ਚ ਗਿਆ, ਉੱਥੇ ਮਹਿਲ 'ਚ ਅੱਗ ਲੱਗ ਪਈ। ਜਦੋਂ ਉਹਨਾਂ ਨੇ ਇਸ ਤਰ੍ਹਾਂ 3-4 ਵਾਰੀ ਵੱਖਰੀ ਵੱਖਰੀ ਥਾਵਾਂ 'ਤੇ ਅੱਗ ਲੱਗੀ ਤਾਂ ਰਾਜੇ ਨੂੰ ਚਿੰਤਾ ਹੋਈ ਤੇ ਉਹਨੇ ਆਪਣੇ ਵੱਡੇ ਵੱਡੇ ਜੋਤਸ਼ੀ ਬੁਲਾਏ ਆਸ-ਪਾਸ ਦੇ ਤੇ ਉਹਨਾਂ ਨੇ ਕਿਹਾ ਕਿ ਕੀ ਕਾਰਨ ਕੀ ਹੈ ਕਿ ਅੱਗ ਆਪਣੇ ਆਪ ਕਿਉਂ ਲੱਗ ਰਹੀ। ਉਹਨਾਂ ਨੇ ਸਿੱਟਾ ਇਹ ਕੱਢਿਆ ਕਿ ਕੋਈ ਸਾਧੂ ਮਹਾਤਮਾ ਤੁਹਾਡਾ ਇੰਤਜ਼ਾਰ ਕਰ ਰਿਹਾ ਤੇ ਉਹਦੀ ਖੇਡ ਹੈ। ਉਹ ਕਹਿੰਦਾ ਦੱਸੋ ਕੋਈ ਆਇਆ ਸੀ? ਤੇ ਫੌਜਦਾਰਾਂ ਨੇ ਸਿਪਾਹੀਆਂ ਨੇ ਦੱਸਿਆ ਕਿ ਹਾਂਜੀ ਇੱਕ ਬਾਬਾ ਆਇਆ, ਉਹ ਬਾਹਰ ਖੜਿਆ। ਉਹ ਕਹਿੰਦੇ ਉਹਨੂੰ ਬੁਲਾ ਕੇ ਲਿਆਓ ਬਾਬੇ ਨੂੰ। ਤੇ ਬਾਬਾ ਪ੍ਰੇਮ ਸਿੰਘ ਜੀ ਬਾਹਰ ਖੜੇ, ਫੌਜਦਾਰ ਸਿਪਾਹੀ ਆਏ। ਉਹਨਾਂ ਨੇ ਕਿਹਾ ਕਿ ਤੁਹਾਨੂੰ ਨਵਾਬ ਸਾਹਿਬ ਮਿਲਣਾ ਚਾਹੁੰਦੇ ਹਨ। ਕਹਿੰਦੇ ਜਦੋਂ ਅਸੀਂ ਜਾਂਦੇ ਸੀ, ਬਾਬਾ ਪ੍ਰੇਮ ਸਿੰਘ ਜੀ ਨੇ ਜਵਾਬ ਦਿੱਤਾ, ਜਦੋਂ ਅਸੀਂ ਜਾਂਦੇ ਸੀ ਉਦੋਂ ਤਾਂ ਮਿਲਦਾ ਨਹੀਂ ਸੀ, ਹੁਣ ਸਾਨੂੰ ਕੋਈ ਜ਼ਰੂਰਤ ਨਹੀਂ ਉਹਨੂੰ ਮਿਲਣ ਦੀ। ਜੇ ਉਹਨੂੰ ਲੋੜ ਹੈ ਤਾਂ ਸਾਨੂੰ ਬਾਹਰ ਆ ਕੇ ਮਿਲੇ। ਐਸਾ ਖਾਲਸਾ ਖੁਦ ਖੁਦਾ ਉਹ ਸੂਰਮੇ ਬਿਹੰਗਮ ਬ੍ਰਹਮ ਗਿਆਨੀ ਮਹਾਂਪੁਰਖ ਹੋਏ। ਉਹਨਾਂ ਨੇ ਖਾਲਸਾ ਜੀ ਜਦੋਂ ਰਾਜੇ ਨੂੰ ਸਮਝਾਇਆ ਕਿ ਸਾਡਾ ਕਸੂਰ ਕੀ ਸੀ, ਅਸੀਂ ਤਾਂ ਜੰਗ ਕਰਕੇ ਆਏ ਸੀ। ਰਾਜਾ ਸਮਝ ਗਿਆ। ਉਹਨੇ ਨਿਸ਼ਾਨ ਨਗਾਰੇ ਤੇ ਉਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜੋ ਬਾਬਾ ਵਿਨੋਦ ਸਿੰਘ ਜੀ ਅਤੇ ਪੁਰਾਤਨ ਸਿੰਘਾਂ ਸੂਰਮਿਆਂ ਦੇ ਹੱਥਾਂ ਦੇ ਲਿਖੇ ਹੋਏ ਸਨ ਉਹ ਦਿੱਤਾ। ਤੇ ਬਾਬਾ ਜੀ ਕਹਿੰਦੇ ਅਸੀਂ ਤਾਂ 1.25 ਲੱਖ ਆਏ ਹਾਂ ਇੱਥੇ ਹੈਦਰਾਬਾਦ, ਅਸੀਂ ਕਿੱਦਾਂ ਲੈ ਕੇ ਜਾਵਾਂਗੇ, ਤੂੰ ਨਾਲ ਚੱਲ। ਨਵਾਬ ਨੂੰ ਨਾਲ ਲੈ ਕੇ ਹਜੂਰ ਸਾਹਿਬ ਆਏ ਤੇ ਹਜੂਰ ਸਾਹਿਬ ਵਿਖੇ ਆ ਕਰਕੇ ਉਸ ਨੇ ਜਦੋਂ ਨਵਾਬ ਨੇ ਸਾਰਾ ਰਾਜ ਸਾਜ ਬੁੱਢੇ ਦਲ ਦਾ ਦੇ ਦਿੱਤਾ। 3 ਸਿੰਘਾਂ ਦੀ ਕਮਾਈ ਖਾਲਸਾ ਜੀ। ਉਹਨਾਂ 3 ਸਿੰਘਾਂ ਨੇ ਉਸ ਸਮੇਂ ਪੰਜਾਬ ਤੋਂ ਚਾਲੇ, ਨਾਂਦੇੜ ਹਜੂਰ ਸਾਹਿਬ ਤੋਂ ਚਾਲੇ ਪਾਏ।
ਚਾਲੇ ਪਾ ਕਰਕੇ ਕਿਸ ਤਰ੍ਹਾਂ ਚਾਲੇ ਪਾਏ ਕਿ ਬਾਬਾ ਪ੍ਰੇਮ ਸਿੰਘ ਜੀ ਇੱਕ ਹੱਥ ਵਿੱਚ ਨਿਸ਼ਾਨ ਸਾਹਿਬ ਆਪਣੇ ਕਮਰ ਕੱਸੇ ਕੀਤਾ ਅਤੇ ਦੂਜੇ ਹੱਥ ਵਿੱਚ ਗੜਵੇ ਦੇ ਵਿੱਚ ਜਲ ਭਰ ਲਿਆ। ਪਿੱਛੇ ਬਾਬਾ ਜਿਹੜੇ ਗਿਆਨਾ ਸਿੰਘ ਜੀ ਸਨ ਉਹ ਚੋਰ ਸਾਹਿਬ ਕਰ ਰਹੇ ਨਾਲ, ਅਤੇ ਨਾਲ ਜਿਹੜੇ ਤੀਜੇ ਮਹਾਂਪੁਰਖ ਸਨ ਉਹਨਾਂ ਨੇ ਆਪਣੇ ਸੀਸ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਲੈ ਕਰਕੇ ਇੰਨੀ ਮਹਾਨ ਕੁਰਬਾਨੀ ਉਹਨਾਂ ਸੂਰਮਿਆਂ ਦੀ ਆ ਕਰਕੇ ਪੰਜਾਬ ਦੇਸ਼ ਵਿੱਚ ਸਤਲਾਣੀ ਸਾਹਿਬ ਵਾਲੇ ਮਹਾਂਪੁਰਖਾਂ ਨੇ ਵੇਖਿਆ ਕਿ ਸਿੰਘਾਂ ਦਾ ਪਹਿਰਾ ਬਹੁਤ ਵਿਅੰਗਮ ਹੈ, ਪੰਥ ਖਾਲਸੇ ਦਾ ਬਹੁਤ ਨੁਕਸਾਨ ਹੋਇਆ, ਅਤੇ ਉਹਨਾਂ ਨੇ ਆ ਕਰਕੇ ਪੰਜਾਬ ਦੇ ਵਿੱਚ ਆ ਕਰਕੇ ਅੰਮ੍ਰਿਤ ਸੰਚਾਰ ਸ਼ੁਰੂ ਕੀਤੇ। ਅੰਮ੍ਰਿਤ ਸੰਚਾਰ ਕੀਤੇ, ਪਾਲਕੀ ਸਾਹਿਬ ਬੁੱਢੇ ਦਲ ਦੀ ਸਥਾਪਤ ਹੋਈ, ਅਤੇ ਫਿਰ ਬੁੱਢਾ ਦਲ ਮੁੜ ਕੇ ਕਿੱਦਾਂ 10ਵੇਂ ਪਾਤਸ਼ਾਹ ਤੋਂ ਬਾਅਦ ਸੁਰਜੀਤ ਹੋਇਆ। ਉਹ ਬਹੁਤ ਬਰੀਕ ਅਤੇ ਬਹੁਤ ਭਿਆਨਕ ਸਮਾਂ ਪੰਥ ਖਾਲਸੇ ਨੇ ਗੁਜ਼ਾਰਿਆ। ਅੰਗਰੇਜ਼ਾਂ ਦਾ ਹੁਕਮ ਸੀ ਜਿੱਥੇ ਕੋਈ ਨਿਹੰਗ ਬਾਣੇ 'ਚ ਮਿਲ ਜੇ ਉਹਨੂੰ ਸ਼ੂਟ ਕਰ ਦਿਓ, ਗੋਲੀ ਮਾਰ ਦਿਓ। ਇਹ ਰਾਖਸ਼ ਨੇ ਇਹਨਾਂ ਨੂੰ ਜੀਣ ਨਹੀਂ ਦੇਣਾ, ਅਤੇ ਸਿੰਘਾਂ ਨੇ ਪੰਜਾਬ ਦੇ ਵਿੱਚ ਪੰਥ ਖਾਲਸੇ ਦਾ ਪਹਿਰਾ ਸੁਰਜੀਤ ਕੀਤਾ। ਬਾਬਾ ਗਿਆਨ ਸਿੰਘ ਜੀ ਤੋਂ ਬਾਅਦ ਅਗਲੇ ਮੁਖੀ ਬਾਬਾ ਤੇਜਾ ਸਿੰਘ ਜੀ ਜੋ ਪੰਥ ਖਾਲਸੇ ਦੇ ਜਥੇਦਾਰ ਹੋਏ ਹਨ। ਬਾਬਾ ਤੇਜਾ ਸਿੰਘ ਜੀ ਦੇ ਸਮੇਂ ਹੀ SGPC ਬਣੀ, ਅਤੇ SGPC ਨੇ ਪੰਥ ਖਾਲਸੇ ਕੋਲੋਂ ਜੋ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲਿਆ। ਉਸ ਸਮੇਂ ਸਾਧ ਸੰਗਤ ਦੀ ਜਦੋਂ ਇਹ ਫੈਸਲਾ ਹੋਇਆ ਕਿ ਇਹ ਪ੍ਰਬੰਧ ਤੁਸੀਂ ਸਾਂਭੋਗੇ, ਉਸ ਸਮੇਂ ਇੱਕ ਸਹੁੰ ਪਾਈ ਗਈ ਸੀ। ਗੁਰੂ ਹਰਗੋਬਿੰਦ ਸਾਹਿਬ ਦੀ ਸਹੁੰ ਪਾ ਕੇ ਫੈਸਲਾ ਕੀਤਾ ਸੀ ਕਿ ਜੇ ਤੁਸੀਂ ਮਰਿਆਦਾ ਬਦਲੀ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਕਸ਼ੀ ਹੋਣਗੇ। ਸੋ ਇਹਨਾਂ ਨੇ ਬਹੁਤ ਸਮਾਂ ਬੀਤਿਆ, ਲਗਭਗ 12 ਸਾਲ ਜਦੋਂ ਬੀਤ ਗਏ 1920 ਤੋਂ ਬਾਅਦ ਫਿਰ ਬਾਬਾ ਤੇਜਾ ਸਿੰਘ ਜੀ ਬਜ਼ੁਰਗ ਹੋ ਗਏ। ਉਹ ਬੁਰਜ ਅਕਾਲੀ ਫੂਲਾ ਸਿੰਘ ਜੀ ਦੇ ਆਪਣੇ ਸਥਾਨ 'ਤੇ ਰਹਿੰਦੇ ਰਹੇ, ਅਤੇ ਬਾਬਾ ਸਾਹਿਬ ਸਿੰਘ ਜੀ ਜਾ ਕਰਕੇ ਰੋਜ਼ ਸ਼ਾਮ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਸੇਵਾ ਕਰਦੇ ਸਨ। ਬਾਬਾ ਸਾਹਿਬ ਸਿੰਘ ਜੀ ਉਸ ਸਮੇਂ ਮੀਤ ਜਥੇਦਾਰ ਸਨ, ਘੋੜਿਆਂ ਦੇ ਜਥੇਦਾਰ ਸਨ, ਪਰ ਆਪ ਜੀ ਸੇਵਾ ਕਰਦੇ। ਜਦੋਂ ਬਾਬਾ ਜੀ ਗਏ, ਇੱਕ ਦਿਨ ਦੀ ਗੱਲ ਸੀ, ਅੱਜ ਗੱਲਾਂ ਬੜੀਆਂ ਉੱਠਦੀਆਂ ਕਿ ਦਸਮ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕਰਨਾ। ਹੁਣ ਉਹ ਸਾਖੀ ਦੱਸਣ ਲੱਗਾ ਕਿੱਦਾਂ ਸਰੂਪ ਉੱਥੋਂ ਚੱਕਿਆ ਗਿਆ। ਪ੍ਰਕਾਸ਼ ਸ਼੍ਰੀ ਆਦਿ ਗੁਰੂ ਗ੍ਰੰਥ ਸਾਹਿਬ ਸ਼੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਸੀ। ਰਹਿਰਾਸ ਸਾਹਿਬ ਦਾ ਪਾਠ ਹੋਇਆ। ਪਾਠ ਹੋਣ ਉਪਰੰਤ ਹੁਕਮਨਾਮੇ ਦੀ ਵਾਰੀ ਆਈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦਾ ਹੁਕਮਨਾਮਾ ਲਿਆ ਗਿਆ। ਬਾਬਾ ਸਾਹਿਬ ਸਿੰਘ ਜੀ ਨੇ ਬੇਨਤੀ ਕੀ ਜਦੋਂ ਸ਼੍ਰੀ ਦਸਮ ਗੁਰੂ ਗ੍ਰੰਥ ਸਾਹਿਬ ਦੇ ਹੁਕਮਨਾਮੇ ਦੀ ਵਾਰੀ ਆਈ ਤਾਂ ਉਹਨਾਂ ਨੇ ਕਿਹਾ, ਭਾਈ ਦਸਮ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਲਓ। ਉਹਨਾਂ ਨੇ ਉੱਥੇ ਜੋ ਉਸ ਸਮੇਂ ਦੇ ਮੁਲਾਜ਼ਮ ਸਨ ਅਤੇ ਬਹੁਤ ਟਾਸਕ ਫੋਰਸ ਸੀ ਉਹਨਾਂ ਦੀ, ਅਤੇ ਉਹਨਾਂ ਨੇ ਕਿਹਾ, ਬਾਬਾ ਉਹ ਸਮਾਂ ਹੋਰ ਸੀ, ਇਹ ਸਮਾਂ ਹੋਰ ਹੈ। ਇਹਨਾਂ ਕਹਿ ਕਰਕੇ ਬਰਛਾ ਫੜਿਆ ਹੋਇਆ ਸੀ। ਬਰਛੇ ਦੇ ਨਾਲ ਪਾਲਕੀ ਸਾਹਿਬ ਉੱਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਦਸਮ ਪਾਤਸ਼ਾਹ ਦਾ ਸਰੂਪ ਸੀ, ਬਰਛਾ ਪਾ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਥੱਲੇ ਦਸਮ ਪਾਤਸ਼ਾਹ ਦਾ ਸਰੂਪ ਉਹਨਾਂ ਨੇ ਸੱਟਿਆ। ਇੰਨੀ ਬੇਅਦਬੀ ਕੀਤੀ। ਉਸ ਸਮੇਂ ਜੋ ਪੁਰਾਤਨ ਅਕਾਲ ਤਖਤ ਸਾਹਿਬ ਸੀ ਉਹਦੀਆਂ ਪੌੜੀਆਂ ਅੰਦਰਲੇ ਪਾਸੋਂ ਦੀ ਜਾਂਦੀਆਂ ਸਨ। ਅੱਜ ਜਿਹੜਾ ਹੈ ਉਹਦੀਆਂ ਪੌੜੀਆਂ ਬਾਹਰਲੇ ਪਾਸੋਂ ਆਪਾਂ ਚੜ੍ਹਦੇ ਹਾਂ। ਬਾਬਾ ਸਾਹਿਬ ਸਿੰਘ ਜੀ ਥੱਲੇ ਗਏ, ਉਹਨਾਂ ਨੇ ਸਤਿਗੁਰਾਂ ਦਾ ਸਰੂਪ ਆਪਣੇ ਮੋਢੇ 'ਤੇ, ਕਿਉਂ ਮਹਾਂਕਾਲ ਸਿੰਘ ਸਨ, ਮਹਾਂਕਾਲ ਸਿੰਘ ਦੀ ਮਰਿਆਦਾ ਇੱਕ ਨਿਸ਼ਾਨ ਦੇ ਉੱਤੇ ਜਦੋਂ ਫਰਲਾ ਹੁੰਦਾ ਤਾਂ ਉੱਤੇ ਸਿਰ 'ਤੇ ਸੀਸ 'ਤੇ ਸਤਿਗੁਰਾਂ ਦਾ ਸਰੂਪ ਵੀ ਨਹੀਂ ਧਰ ਸਕਦੇ। ਇਹ ਮਰਿਆਦਾ ਦਲਾਂ ਪੰਥਾਂ ਵਿੱਚ ਸਿਖਾਈ ਜਾਂਦੀ ਹੈ। ਬਾਬਾ ਸਾਹਿਬ ਸਿੰਘ ਜੀ ਨੇ ਸਰੂਪ ਸਤਿਗੁਰਾਂ ਦਾ ਵਸਤਰ ਵਿੱਚ ਲੈ ਕਰਕੇ ਕੋਠਾ ਸਾਹਿਬ 'ਤੇ ਜਾ ਰਹੇ ਸਨ, ਪੌੜੀਆਂ ਚੜ੍ਹ ਰਹੇ ਅੰਦਰਲੇ ਪਾਸੋਂ। ਜਦੋਂ ਪੌੜੀਆਂ ਚੜ੍ਹ ਰਹੇ ਸਨ, ਇਹਨਾਂ ਦੁਸ਼ਟਾਂ ਨੇ ਉਹਨਾਂ ਨੂੰ ਡਾਂਗਾਂ ਦੇ ਨਾਲ, ਬਰਛਿਆਂ ਦੇ ਨਾਲ ਵਾਰ ਕੀਤੇ, ਅਤੇ ਬਾਬਾ ਜੀ ਦੀ ਸੱਜੀ ਬਾਂਹ ਉਹਨਾਂ ਨੇ ਤੋੜ ਦਿੱਤੀ। ਅਤੇ ਬਾਬਾ ਜੀ ਉੱਥੋਂ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਅਰਦਾਸ ਬੇਨਤਾ ਕਰਕੇ, ਹੇ ਪਾਤਸ਼ਾਹ, ਜਿੰਨੇ ਅਸੀਂ ਬਲ ਜੋਗੇ ਸਾਂ ਅਸੀਂ ਸੇਵਾ ਕੀਤੀ, ਹੁਣ ਆਪ ਜੀ ਆਪਣੀ ਸੇਵਾ ਆਪੇ ਨਿਭਾ ਲੈਣਾ। ਉਸ ਦਿਨ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਜੀ 'ਤੇ ਸ਼੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੋਇਆ। ਸੋ ਖਾਲਸਾ ਜੀ, ਇਹ ਸਾਨੂੰ ਜਾਗਣਾ ਪੈਣਾ, ਨਹੀਂ ਤਾਂ ਜੇ ਅਸੀਂ ਨਾ ਪ੍ਰਕਾਸ਼ ਕੀਤਾ ਤਾਂ ਕੱਲ੍ਹ ਨੂੰ ਫਿਰ ਗੱਲਾਂ ਬਾਣੀ ਪੜ੍ਹਨ ਤੋਂ ਵੀ ਮਨਾ ਕਰਨਗੇ। ਸੋ ਵਿਵਾਦਾਂ ਵਿੱਚ ਨਹੀਂ ਪੈਣਾ ਵੈਸੇ, ਪਰ ਆਪਾਂ ਜੋ ਮਰਿਆਦਾ ਉਸ 'ਤੇ ਵੀ ਪਹਿਰਾ ਦੇਣਾ। ਉਸ ਤੋਂ ਉਪਰੰਤ ਬਾਬਾ ਸਾਹਿਬ ਸਿੰਘ ਜੀ ਨੇ ਸੇਵਾ ਸੰਭਾਲੀ, ਅਤੇ ਅੰਗਰੇਜ਼ਾਂ ਦੇ ਨਾਲ ਜਦੋਂ ਲਾਹੌਰ ਵਿੱਚ ਬੁੱਢਾ ਦਲ ਗਿਆ ਸੀ, ਅੰਗਰੇਜ਼ਾਂ ਦੇ ਨਾਲ ਕਿਸੇ ਗੱਲ 'ਤੇ ਲੜਾਈ ਹੋ ਗਈ, ਅਤੇ ਉਹਨਾਂ ਨੇ ਦਲ ਪੰਥ ਸਾਰਾ ਹੀ ਕੈਦ ਕਰ ਲਿਆ। ਸਾਰੇ ਨਿਸ਼ਾਨ ਨਗਾਰੇ ਕੈਦ ਕਰ ਲਏ, ਘੋੜੇ ਬਾਹਰ ਸਨ, ਸਿੰਘ ਗ੍ਰਿਫਤਾਰ ਕਰ ਲਏ।
ਬਾਬਾ ਸਾਹਿਬ ਸਿੰਘ ਜੀ ਜੇਲ੍ਹ 'ਚ ਚਲੇ ਗਏ ਤੇ ਬਾਬਾ ਸੋਹਣ ਸਿੰਘ ਜੀ ਵਿਧੀ ਚੰਦੀਏ ਮਹਾਂਪੁਰਖਾਂ ਨੇ ਦਲ ਪੰਥ ਦੀ ਸੇਵਾ ਕੀਤੀ। ਉਹਨਾਂ ਨੂੰ ਬਾਬਾ ਜੀ ਨੇ ਜਦੋਂ ਬਾਹਰ ਆਏ ਬਖਸ਼ਿਸ਼ਾਂ ਕੀਤੀਆਂ। ਆਪ ਜੀ ਤੋਂ ਬਾਅਦ ਬਾਬਾ ਚੇਤ ਸਿੰਘ ਸਾਹਿਬ ਜੀ ਜੋ ਜਥੇਦਾਰ ਹੋਏ ਸਨ ਇਸ ਪੰਥ ਅਕਾਲੀ ਬੁੱਢਾ ਦਲ ਦੇ, ਜਿਨ੍ਹਾਂ ਨੇ ਬਹੁਤ ਭਿਅੰਗਮੀ ਪਹਿਰਾ ਕੱਟਿਆ, ਕਿੰਨੇ ਦਿਨ ਕੜਾਕੇ ਦੇ ਵਿੱਚ ਸਿੰਘਾਂ ਨੇ ਕੱਟੇ। ਫਿਰ ਉਸ ਤੋਂ ਉਪਰੰਤ ਬਾਬਾ ਸੰਤਾ ਸਿੰਘ ਜੀ ਅਕਾਲੀ, ਉਹਨਾਂ ਨੇ ਇਸ ਪੰਥ ਖਾਲਸੇ ਦੀ ਅਗਵਾਈ ਕੀਤੀ। ਉਪਰੰਤ ਜਦੋਂ 2006 ਵਿੱਚ ਬਾਬਾ ਜੀ ਚੜ੍ਹਾਈ ਕੀਤੇ ਤਾਂ ਬਾਬਾ ਸੁਰਜੀਤ ਸਿੰਘ ਜੀ ਅਕਾਲੀ ਜੋ ਕਿ ਘੋੜਿਆਂ ਦੇ ਜਥੇਦਾਰ ਸਨ, ਉਹਨਾਂ ਨੂੰ ਦਸਤਾਰਬੰਦੀ ਹੋਈ। ਉਸ ਤੋਂ ਬਾਅਦ ਬਾਬਾ ਪ੍ਰੇਮ ਸਿੰਘ ਜੀ ਅਕਾਲੀ ਜੋ ਮਾਤਾ ਸਾਹਿਬ ਦੇਵਾਂ ਜੀ ਦੇ ਉੱਤੇ ਰਹਿ ਕਰਕੇ, ਮਾਤਾ ਸਾਹਿਬ ਦੇਵਾਂ ਜੀ ਦੀਆਂ ਜਿਨ੍ਹਾਂ ਨੇ ਲਗਭਗ 30 ਤੋਂ 40 ਸਾਲ ਰਹਿ ਕੇ ਸੇਵਾ ਕੀਤੀ ਉੱਥੇ, ਐਸੀ ਮਹਾਨ ਉਹਨਾਂ ਦੀ ਸੇਵਾ। ਅਤੇ ਇਸ ਸਮੇਂ ਦੇ ਮੌਜੂਦਾ ਜਥੇਦਾਰ ਬਾਬਾ ਜੀ ਬਾਬਾ ਮਾਨ ਸਿੰਘ ਜੀ ਅਕਾਲੀ 96 ਕਰੋੜੀ, ਉਹ ਇਸ ਪੰਥ ਖਾਲਸੇ ਦੀ ਅਗਵਾਈ ਕਰ ਰਹੇ ਹਨ, ਜਿਨ੍ਹਾਂ ਨੇ ਬਹੁਤ ਚੰਗੇ ਸੁਚੱਜੇ ਢੰਗ ਨਾਲ ਸੇਵਾਵਾਂ ਕਰ ਰਹੇ ਹਨ ਅਤੇ ਦਿੱਲੀ ਮੋਰਚੇ ਵਿੱਚ ਅੱਗੇ ਹੋ ਕਰਕੇ ਉਹਨਾਂ ਨੇ ਅਗਵਾਈ ਕੀਤੀ ਅਤੇ ਪੰਥ ਖਾਲਸੇ ਦੀ ਸੇਵਾ ਕਰਦੇ ਹਨ। ਇਤਨੇ ਬਚਨ ਪ੍ਰਵਾਨ ਕਰਨੇ, ਹੋਈਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਬਖਸ਼ ਲੈਣੀਆਂ, ਗੁਰੂ ਕੀ ਸੰਗਤ ਬਖਸ਼ਣਯੋਗ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।